ਹਾਂਜੀ ਤੁਸੀਂ ਦੇਖ ਸਕਦੇ ਹੋ ਕਲਾਸ 9th ਇੰਗਲਿਸ਼ ਦਾ ਆਪਾਂ ਸਤੰਬਰ ਦਾ ਜਿਹੜਾ ਕਿ ਪੇਪਰ ਹੈ ਜਿਹੜਾ ਹੋਣ ਜਾ ਰਿਹਾ ਉਸਦੇ ਬਹੁਤ ਇੰਪੋਰਟੈਂਟ ਕੁਐਸਚਨ ਦੇਖਾਂਗੇ। ਕਿਸ ਬੱਚੇ ਨੇ 80 ਚੋਂ 80 ਮਾਰਕਸ ਲੈਣੇ ਨੇ ਉਹ ਮੈਨੂੰ ਬੱਚੇ ਕਮੈਂਟ ਕਰਨ, ਤੇ ਜਿਨ੍ਹਾਂ ਨੇ ਪਾਸ ਹੋਣ ਜੋਗਾ ਪੇਪਰ ਕਰਨਾ ਉਹ ਵੀ ਮੈਨੂੰ ਕਮੈਂਟ ਕਰਨ, ਤਾਂ ਮੈਂ ਉਹਨਾਂ ਦੀ ਇੱਕ ਟ੍ਰਿਕ ਦੱਸੂਗੀ। ਤੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਚਲੋ ਆਪਾਂ ਵੀਡੀਓ ਨੂੰ ਦੇਖਦੇ ਹਾਂ, ਪੇਪਰ ਪੈਟਰਨ ਦੇਖਦੇ ਹਾਂ ਕਿਸ ਤਰ੍ਹਾਂ ਦਾ ਤੁਹਾਡਾ ਪੇਪਰ ਆਊਗਾ। ਜਿਹੜਾ ਵੀ ਇਹ ਪੇਪਰ ਹੈ PSCB ਬੋਰਡ ਵੱਲੋਂ ਤੁਹਾਡੇ ਟੀਚਰਸ ਨੂੰ ਜਾਰੀ ਕੀਤੇ ਗਏ ਨੇ ਸੈਂਪਲ ਪੇਪਰ। ਸਾਰੇ ਟੀਚਰ ਤੁਹਾਡੇ ਇसी ਪੇਪਰ ਦੇ ਵਿੱਚੋਂ ਜਿਹੜੇ ਪੇਪਰ ਨੇ ਤਿਆਰ ਕਰ ਰਹੇ ਨੇ। ਚਲੋ ਫਸਟ ਦੇਖੋ, ਤੁਹਾਨੂੰ ਪੈਰਾਗ੍ਰਾਫ ਆਊਗਾ। ਕੀ ਪਤਾ ਇਹੀ ਪੈਰਾਗ੍ਰਾਫ ਹੋਵੇ ਤਾਂ ਤੁਸੀਂ ਹੁਣੇ ਇਸ ਨੂੰ ਧਿਆਨ ਨਾਲ ਰੀਡ ਕਰ ਲਓ, ਪੇਪਰ ਦੇ ਵਿੱਚ ਜਾ ਕੇ ਤੁਹਾਨੂੰ ਆਸਾਨੀ ਹੋਊਗੀ। ਵਨ ਈਵਨਿੰਗ ਅ ਬॉय of 3 was out for a walk with his father. There was only an elderly man with his father. Chatting, they walked on and went beyond the village. The green crops lighted the eyes. ਤਾਂ ਇਹਦਾ ਆਨਸਰ ਹੈ। ਹੁਣ ਵੀਡੀਓ ਨੂੰ ਸਕਿਪ ਨਾ ਕਰਿਓ, ਫਿਰ ਤੁਸੀਂ ਬਾਅਦ ਵਿੱਚ ਕਹਿੰਦੇ ਆ ਕਿ ਸਾਨੂੰ ਸਮਝ ਨਹੀਂ ਆਇਆ। ਹੁਣ ਫਸਟ ਕੁਐਸਚਨ ਹੈਗਾ ਵੇਅਰ ਵਰ ਦੀ ਐਲਡਰਸ ਵਾਕਿੰਗ। ਤਾਂ ਤੁਸੀਂ ਦੇਖ ਸਕਦੇ ਹੋ ਜਿਹੜਾ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਜਿਹੜੇ ਐਲਡਰ ਸੀਗੇ ਉਹ ਕਿੱਥੇ ਵਾਕ ਕਰ ਰਹੇ ਸੀਗੇ। on the evening 3 walk and the elderly man his father they walked on and went toward the village। ਤਾਂ ਆਪਾਂ ਇਸ ਦਾ ਕੀ ਲਿਖਾਂਗੇ, ਆਨਸਰ ਹੋਊਗਾ ਫੀਲਡ, along the edges of field। ਨੈਕਸਟ ਹੈਗਾ what was the boy doing when his father looked back। ਕੀ ਕਰ ਰਿਹਾ ਸੀਗਾ ਜਦੋਂ ਉਹਦੇ ਫਾਦਰ ਨੇ ਬੈਕ ਦੇਖਿਆ। not hearing the footsteps, ਮਤਲਬ ਉਹ ਜਿਹੜੇ ਉਹ ਸੀਗੇ he was sitting on the ground ਤਾਂ ਇਹਦਾ ਆਨਸਰ ਹੈਗਾ ਹੈ he was sitting in the ground। next what faith did boy have, ਕਿ boy ਕੋਲ ਕਿਹੜਾ ਕਿ that's guns would be grown in the field। ਠੀਕ ਹੈ, ਆਪਾਂ ਨੈਕਸਟ ਦੇਖਦੇ ਹਾਂ। ਬਹੁਤ ਇੰਪੋਰਟੈਂਟ ਇਹ ਵਾਲਾ ਪੈਰਾ ਹੈ, ਤਾਂ ਤੁਸੀਂ ਧਿਆਨ ਨਾਲ ਕਰੋ। ਫਾਦਰ ਲੁਕਡ ਬੈਕ ਬਿਕੋਜ਼, ਉਹ ਬੈਕ ਬਿਕੋਜ਼ ਕਿਉਂ ਹੋ ਗਏ ਸੀਗੇ, ਵਾਪਸ ਕਿਉਂ ਚਲੇ ਗਏ ਸੀਗੇ, ਬਿਕੋਜ਼ ਜਿਹੜਾ ਹਿਜ਼ ਡਿਡ ਨਾਟ ਹੇਅਰ ਦੀ ਫੁੱਟਸਟੈਪ ਆਫ ਹਿਜ਼ ਸਨ। ਨੈਕਸਟ ਭਗਤ ਸਿੰਘ ਸੈਕਰੀਫਾਈਡ ਹਿਜ਼ ਲਾਈਫ, ਕਿ ਜਿਹੜੇ ਭਗਤ ਸਿੰਘ ਸੀਗੇ ਉਹਨਾਂ ਨੇ ਆਪਣੀ ਸੈਕਰੀਫਾਈਡ ਕੀਤੀ ਸੀਗੀ ਫਾਊਟ ਫॉर ਹਿਜ਼ ਇੰਡੀਅਨ ਫਰੀडम, ਤਾਂ ਇੰਡੀਆ ਦੇ ਫਰੀडम ਦੇ ਲਈ ਉਹਨਾਂ ਨੇ ਆਪਣੀ ਕੀਤੀ ਸੀਗੀ। ਅੱਗੇ ਨੈਕਸਟ ਜਿਹੜਾ ਕਿ ਇਹ ਤੁਹਾਨੂੰ ਪੋਸਟਰ ਦਿਖ ਰਿਹਾ ਹੈ ਮਲੇਰੀਆ ਲਿੰਕਡ ਡੈਥਸ ਡਾਊਨ ਦੇ ਰਿਲੇਟਡ ਹੈ। ਇੱਥੇ ਵਿੱਚ ਲਿਖਿਆ 24 ਰਿਡਕਸ਼ਨ ਹੋਈ ਹੈ। ਇੰਨੇ ਜਿਹੜੇ ਕਿ ਸਤੰਬਰ ਦੇ ਵਿੱਚ ਰਿਪੋਰਟਡ ਮਲੇਰੀਆ ਕੇਸ ਆਏ ਨੇ, ਇੰਨੇ ਡਿਕਲਾਈਨ ਹੋਏ ਨੇ। 4% ਗਲੋਬਲ ਮਲੇਰੀਆ ਬਰਡਨ ਹੋ ਗਿਆ ਵਾ। ਇੰਡੀਆ ਕੈਰੀਡ ਆਲਮੋਸਟ 80%। ਇਹਨਾਂ ਦੇ ਵਿੱਚੋਂ ਹੀ ਕੁਛ ਆਨਸਰ ਨੇ ਲੁਕੇ ਹੋਏ। ਹੁਣ ਇੰਡੀਆ ਰਿਕਾਰਡਡ ਡੈਸ਼ ਐਂਡ ਏਅਰ ਬਿਟਵੀਨ 2016 ਤੋਂ 17 ਤੱਕ ਦੇਖ ਸਕਦੇ ਹੋ 24, ਸਭ ਤੋਂ ਉੱਪਰ ਤੁਹਾਨੂੰ ਲਿਖਿਆ ਹੋਇਆ ਦਿਖ ਰਿਹਾ ਇੱਥੇ, ਤਾਂ ਕਿੰਨਾ ਹੈਗਾ 24 ਇਨਕਰੀਜ਼ ਇਨ ਮਲੇਰੀਆ। ਠੀਕ ਹੈ, ਨੈਕਸਟ ਹੈਗਾ ਨਹੀਂ ਸੌਰੀ ਡਿਕਰੀਜ਼ ਹੋਇਆ, ਸੌਰੀ ਡਿਕਰੀਜ਼ ਡਿਡਕਸ਼ਨ ਹੋਇਆ ਨਾ। ਨੈਕਸਟ ਇੰਡੀਆਜ਼ ਮਲੇਰੀਆ ਕੇਸਿਸ ਰਿਕਾਰਡਿੰਗ 4% ਆਫ 4% ਕੀ ਹੈ ਗਲੋਬਲ ਮਲੇਰੀਆ ਬਰਡਨ। ਠੀਕ ਹੈ, ਆਪ ਪੋਸਟਰ 'ਚੋਂ ਪੜ੍ਹ ਸਕਦੇ ਹੋ। ਚੂਜ਼ ਦੀ ਆਪਸ਼ਨ ਦੈਟ ਲਿਸਟ ਇਜ਼ ਦੀ ਸਟੇਟਮੈਂਟ ਵਿਚ ਇਜ਼ ਟਰੂ। ਕਿਹੜੇ ਇਹ ਮਲੇਰੀਆ ਡੈਥ ਲਿੰਕਡ ਕੀਤਾ ਗਿਆ, ਕਿਹੜੇ ਸਨਾਂ ਦੇ ਆਲੇ ਦੁਆਲੇ ਘੁੰਮ ਰਹੇ 2017, ਤਾਂ ਜ਼ਿਆਦਾ ਇਹ ਕਿਹੜੇ ਦਾ ਹੈ 2017 ਦਾ। ਨੈਕਸਟ ਆਪਾਂ ਦੇਖਦੇ ਹਾਂ ਅਕੋਰਡਿੰਗ ਟੂ ਹੈਲਥੀ ਮਿਨਿਸਟਰ ਰਿਪੋਰਟ ਅਰਾਊਂਡ ਡੈਸ਼ ਕੇਸਿਸ ਮਲੇਰੀਆ ਰਿਪੋਰਟਡ ਸਪਤੰਬਰ 2018 ਦੇ ਵਿੱਚ ਕਿਹੜਾ ਕੀਤਾ ਗਿਆ, ਦੇਖ ਸਕਦੇ ਇੱਥੇ ਕਿੰਨੇ ਲਿਖੇ ਹੋਏ ਨੇ 276,488 ਤਾਂ ਤੁਸੀਂ ਇੱਥੇ ਟਿਕ ਲਗਾਉਣਾ ਹੈ। ਹਾਊ ਮੈਨੀ ਕੇਸਿਸ ਮਲੇਰੀਆ ਹੈਵ ਬੀਨ ਐਸਟੀਮੇਟਡ ਆਲ ਓਵਰ ਦੀ ਵਰਲਡ ਕਿੰਨੇ ਐਸਟੀਮੇਟ ਕੀਤੇ ਗਏ ਨੇ 219 ਮਿਲੀਅਨਸ। ਠੀਕ ਹੈ, ਇੱਥੇ ਤੁਸੀਂ ਲਗਾ ਸਕਦੇ 219 ਮਿਲੀਅਨਸ ਵਾਲਾ। ਅੱਗੇ ਸੈਕਸ਼ਨ ਵੀ ਓਬਜੈਕਟਿਵ ਟਾਈਪ ਕੁਐਸਚਨ ਹੋਣਗੇ। ਵਟ ਸ਼ੁੱਡ ਵਨ ਨੈਵਰ ਸੈਲ, ਕਿ ਕਿਹੜਾ ਸੀਗਾ ਹਮੇਸ਼ਾ ਸਾਨੂੰ ਕੀ ਨਹੀਂ ਖਾਣਾ ਚਾਹੀਦਾ। ਵਨ ਸ਼ੁੱਡ ਨੈਵਰ ਸੈਲ ਵਨਸ ਹਾਰਟ ਐਂਡ ਸੋਲ, ਤਾਂ ਇਹ ਇਜ਼ ਦਾ ਰਾਈਟ ਆਨਸਰ ਹੈ। ਨੈਟ ਬੋਸਟ ਫਾਊਂਡ ਸਿਮਿਲੈਰਿਟੀ ਬਿਟਵੀਨ ਦੀ ਲਿਵਿੰਗ ਐਂਡ ਨੋਨ ਲਿਵਿੰਗ ਥਿੰਗਸ। ਠੀਕ ਹੈ, ਅੱਗੇ ਹੈਗਾ ਮਨੀ ਮੇਕਸ ਦੀ ਮੇਅਰ ਗੋ। ਠੀਕ ਹੈ, ਇਸ ਦਾ ਜਿਹੜਾ ਆਪਸ਼ਨ ਆਊਗਾ ਮੇਅਰ, ਇੱਥੇ ਆਊਗਾ ਲਿਵਿੰਗ। ਠੀਕ ਹੈ, ਨੈਕਸਟ ਸ਼ੇਰ ਸਿੰਘ ਲਿਵਡ ਇਨ ਜੰਗਲ ਟਰੂ। ਅੱਗੇ ਨਹੀਂ ਫੋਲਸ। ਵੇਅਰ ਡਿਡ ਦੀ ਪੂਅਰ ਬੋਏ ਇਨ ਦੀ ਸਟੋਰੀ ਲੀਵ, ਇਹ ਤੁਸੀਂ ਦੱਸਣਾ ਕਿ ਪੂਅਰ ਬੋਏ ਸਟੋਰੀ ਦੇ ਵਿੱਚ ਕਿੱਥੇ ਰਹਿੰਦਾ ਸੀਗਾ। ਜਿਹੜਾ ਬਹੁਤ ਪੂਅਰ ਸੀਗਾ ਅਤੇ ਉਹ ਸਰਚ ਵਰਕ ਕਰਦਾ ਰਹਿੰਦਾ ਸੀਗਾ ਕਿ ਉਹ ਤੇ ਜਿਹੜਾ ਦੈਟਸ ਵਾਈ ਉਹ ਫਾਰਮਰ ਬਣਨਾ ਚਾਹੁੰਦੇ ਅਤੇ ਉਹ ਵਿਲੇਜ ਦੇ ਵਿੱਚ ਰਹਿੰਦਾ ਸੀਗਾ। ਗਿਵ ਆਲ ਮਨੀ ਕਿਹਨੂੰ ਦੇ ਦਿੱਤੀ ਸੀਗੀ ਉਹਨੇ ਆਪਣੀ ਸਾਰੀ ਮਨੀ, ਤਾਂ ਉਹਨੇ ਆਪਣੀ ਸਾਰੀ ਮਨੀ ਇੱਕ ਕਹਿ ਦਿੱਤੀ ਓਲਡ ਬੈਗਰ ਨੂੰ। ਸੁਸ਼ੀਲ ਵਾਜ਼ ਵੈਲ ਬਿਹੇਵਡ ਬੋਏ ਟੂ ਦੀ ਵਟ ਐਗਜ਼ੀਕਿਊਜ਼ ਸੁਨੀਲ ਮੇਕ ਫੋਰ ਨੋਟ ਗੋਇੰਗ, ਉਹਨੇ ਸੁਸ਼ਾਜ ਨੇ ਕਿਆ ਅਜਿਹਾ ਜਿਹੜਾ ਬਣਾਇਆ ਸੀਗਾ ਜਿਹੜਾ ਉਹ ਸਕੂਲ ਨਾ ਜਾਵੇ, ਤਾਂ ਇਹ ਤੁਸੀਂ ਦੇਖ ਲਿਓ ਆਪਣੇ ਚੈਪਟਰ ਦੇ ਵਿੱਚ। ਨੈਕਸਟ ਹੈਗਾ ਸੈਕਸ਼ਨ ਸੀ ਦੇ ਵਿੱਚ ਇੰਗਲਿਸ਼ ਦੇ ਚੈਪਟਰਾਂ ਦੇ ਕੁਐਸਚਨ ਆਉਣਗੇ। ਵਟ ਸ਼ੁੱਡ ਵਨ
ਬੀ ਅਵੇਅਰ ਆਫ ਗਰੂਮਿੰਗ ਆਫ ਬॉय ਦਾ ਆਇਆ ਹੋਇਆ, ਠੀਕ ਹੈ। ਤੇ ਇਹਦਾ ਕੁਐਸਚਨ ਆਊਗਾ, ਇਹਦਾ ਆਨਸਰ ਤੁਸੀਂ ਦੇਖ ਲਿਓ। ਨੇਮ ਦੀ ਇੰਸਟਰੂਮੈਂਟ ਮੇਡ ਬਾਈ ਜਗਦੀਸ਼ ਚੰਦਰ ਬੋਸ। ਵਟ ਪੀਪਲ ਬਿਲੀਵਡ ਅਬਾਊਟ ਦੀ ਪਾਵਰ ਆਫ ਮਨੀ ਐਂਡ ਵੂ ਵਾਜ਼ ਸ਼ੇਰ ਸਿੰਘ ਬਹਾਦੁਰ, ਠੀਕ ਹੈ। ਐਂਡ ਵਟ ਕੈਨ ਪਲਾਂਟਸ ਫੀਲ, ਠੀਕ ਹੈ। ਸਾਰੇ ਕੁਐਸਚਨ ਦੇਖ ਸਕਦੇ ਹੋ, ਬਹੁਤ ਹੀ ਇੰਪੋਰਟੈਂਟ ਨੇ। ਇਹ ਵਾਲੇ ਕੁਐਸਚਨ ਪੜ੍ਹ ਲਿਓ ਹੁਣ ਬੈਠ ਕੇ, ਜਿਨ੍ਹਾਂ ਨੂੰ ਨਹੀਂ ਆਉਂਦੇ 3-3 ਮਾਰਕਸ 2-2 ਮਾਰਕਸ ਦੇ ਨਹੀਂ 2 ਮਾਰਕਸ ਦੇ 3 ਕੁਐਸਚਨ ਕਰਨੇ ਨੇ। ਇੱਥੇ 6 ਮਾਰਕਸ ਪੱਕੇ ਹੋਣਗੇ, 2 ਲਾਈਨਾਂ ਦੇ ਵਿੱਚ ਆਨਸਰ ਦੇਣੇ ਨੇ ਸਿਰਫ। ਅੱਗੇ ਲਿਸਟ ਦੀ ਕੁਆਲਿਟੀਜ਼ ਵਿੱਚ ਮੇਕ ਆ ਹਿਊਮਨ ਬੀਇੰਗ, ਠੀਕ ਹੈ। ਉਹ ਕੁਆਲਿਟੀਜ਼ ਦੱਸਣੀਆਂ ਨੇ ਜਿਹੜੀਆਂ ਇੱਕ ਚੰਗੇ ਇਨਸਾਨ ਬਣਾਉਂਦੀਆਂ ਨੇ। ਅਤੇ ਬਜਟਿੰਗ ਟਾਈਮ ਇੰਪੋਰਟੈਂਟ ਕਾਹਤੋਂ ਹੈ ਇਹ ਦੱਸਣਾ, ਠੀਕ ਹੈ। ਨੈਕਸਟ ਹੁਣ ਇੱਕ ਸਟੈਂਜਾ ਆਊਗਾ, ਸਟੈਂਜੇ ਦੇ ਵਿੱਚੋਂ ਕੁਐਸਚਨ ਲੱਭ ਕੇ ਆਨਸਰ ਦੇਣੇ ਨੇ। ਹੀ ਇਜ਼ ਰਾਈਟਰ ਆਫ ਟਿਲਰ ਐਂਡ ਟਿਲਰਿੰਗ ਦੇ ਹਾਰਡ ਗਰਾਊਂਡ ਐਂਡ ਵੇਅਰ ਦੀ ਪਾਥ ਮੇਕਰ ਇਜ਼ ਬ੍ਰੇਕਿੰਗ ਸਟੋਨਸ ਹੀ ਇਜ਼ ਵਿਦ ਦੈਮ ਇਨ ਦੀ ਸਨ ਐਂਡ ਦੀ ਸ਼ਾਵਰ। ਅਤੇ ਰਾਈਟ ਦੀ ਨੇਮ ਆਫ ਪੋਇਮ, ਇਹਦਾ ਜਿਹੜਾ ਪੋਇਮ ਦਾ ਨੇਮ ਹੈਗਾ ਮੈਂ ਉਹ ਲਿਖਣ ਲੱਗੀ ਹਾਂ, ਓਪਨ ਦੀ ਆਈਜ਼। ਅਤੇ ਕਿਸ ਨੇ ਲਿਖੀ ਹੈ? ਰਵਿੰਦਰ ਨਾਥ ਟੈਗੋਰ, ਠੀਕ ਹੈ। ਰਵਿੰਦਰ ਨਾਥ ਟੈਗੋਰ ਦੀ ਲਿਖੀ ਹੋਈ ਹੈ। ਅਤੇ ਵਟ ਇਜ਼ ਟਿਲਿੰਗ ਡੂਇੰਗ? ਤੇ ਟਿਲਿੰਗ ਇਜ਼ ਹਾਰਡ ਗਰਾਊਂਡ, ਠੀਕ ਹੈ। ਅੱਗੇ ਨੈਕਸਟ ਹੈਗਾ ਟਿਲਿੰਗ, ਵਟ ਇਜ਼ ਦੀ ਪਾਥ ਮੇਕਰ ਡੂਇੰਗ? ਪਾਥ ਮੇਕਰ ਬ੍ਰੇਕਿੰਗ ਸਟੋਨ, ਠੀਕ ਹੈ। ਉਹ ਜਿਹੜੇ ਪੱਥਰ ਤੋੜ ਰਹੇ ਸੀਗੇ। ਅੱਗੇ ਵੇਅਰ ਕੈਨ ਗੋਡ ਬੀ ਫਾਊਂਡ? ਅਤੇ ਇਹ ਵਾਲਾ ਕੁਐਸਚਨ ਦੱਸਣਾ, ਓਪਨ ਦੀ ਆਈਸ ਦਾ ਚੈਪਟਰ ਹੈ। ਨੈਕਸਟ ਹੈਗਾ ਵਟ ਇਜ਼ ਦੀ ਸੈਂਟਰ ਆਈਡੀਆ? ਨੋ ਮੈਨ ਆਰ ਫੋਰਨਸ। ਇਹਦਾ ਤੁਸੀਂ ਸੈਂਟਰ ਆਈਡੀਆ ਲਿਖਣਾ ਹੈ, 3 ਮਾਰਕਸ ਮਿਲ ਜਾਣਗੇ। ਵੈਸੇ ਸੈਂਟਰ ਆਈਡੀਆ ਲਿਖ ਕੇ ਆਇਆ ਤੁਸੀਂ। ਨੈਕਸਟ ਆਨਸਰ ਹੈ ਨਹੀਂ, 3 ਦੱਸਣੇ ਆ, ਮਤਲਬ 3 ਦੇ ਆਨਸਰ ਦੇਣੇ ਨੇ। ਲੌਂਗ ਕੁਐਸਚਨ ਹੈ। ਵਾਈ ਡਿਡ ਦੀ ਬੋਏ ਗੋ ਟੂ ਦੀ ਫਾਰਮਰ ਐਂਡ ਵਟ ਹੈਪਨਡ ਵੈਨ ਦੀ ਲੇਡੀ ਵਿਸ਼ਿਜ਼ ਚੇਂਜ ਦੈਮ ਵਨਸ ਐਂਡ ਡਿਡ ਐਨੀ ਵਨ ਹੈਲਪ ਦੀ ਡੋਗ। ਇਹ ਤੁਹਾਡੇ ਸਾਰੀ ਬੁੱਕ ਦੇ ਵਿੱਚ ਆਨਸਰ ਨੇ, ਤੁਸੀਂ ਕਾਪੀਆਂ ਦੇ ਵਿੱਚ ਸੋਲਵ ਵੀ ਕੀਤੇ ਹੋਣਗੇ ਇਹ ਵਾਲੇ ਕੁਐਸਚਨ। ਹੁਣੇ ਵੀਡੀਓ ਨੂੰ ਪੋਜ਼ ਕਰਕੇ ਨਾਲ ਦੀ ਨਾਲ ਨੋਟ ਕਰਕੇ ਆਨਸਰ ਲਿਖੋ ਇਹਨਾਂ ਦੇ, ਤਾਂ ਜੋ ਤੁਹਾਨੂੰ ਜਿਹੜੀ ਕਿ ਕਲੈਰਿਟੀ ਹੋਵੇ। ਅਤੇ ਵੋਕੈਬਲਰੀ ਇਹ ਤਾਂ ਕਹਿ ਨਹੀਂ ਸਕਦੀ ਕਿ ਮੈਂ ਪੱਕਾ ਹੀ ਇਹ ਵਾਲੀ ਆਊਂਗੀ, ਪਰ ਇਸ ਦੇ ਨਾਲ ਤੁਹਾਡੇ ਟੀਚਰ ਜਿਹੜੇ ਚੇਂਜ ਕਰ ਸਕਦੇ ਨੇ। ਕੁਐਸਚਨ ਤਾਂ ਉਹ ਪੱਕੇ ਉਹੀ ਪਾਉਣਗੇ, ਪਰ ਵੋਕੈਬਲਰੀ ਦੀ ਮੈਂ ਗਰੰਟੀ ਨਹੀਂ ਦੇ ਸਕਦੀ। ਤਾਂ ਇਸ ਲਈ ਤੁਸੀਂ ਦੇਖ ਲਓ ਕਿਵੇਂ ਦੀ ਆ ਸਕਦੀ ਹੈ। ਸਿਨੋਨੀਮਸ ਆਉਣਗੇ, ਐਂਟੋਨੀਮਸ, ਟਰਾਂਸਲੇਸ਼ਨ ਮੈਡਮਾਂ ਕੋਈ ਵੀ ਪਾ ਸਕਦੀਆਂ ਨੇ ਤੁਹਾਡੀਆਂ। ਹੁਣ ਦੇਖੋ ਇੱਥੇ ਪੰਜਾਬੀ ਹੈ, ਪੰਜਾਬੀ ਦੀ ਇੰਗਲਿਸ਼ ਬਣਾਉਣੀ ਹੈ, ਤੁਸੀਂ ਇਹ ਵਾਲੀਆਂ ਵੀ ਯਾਦ ਕਰਕੇ ਜਾਇਓ। ਡੂ ਐਜ਼ ਡਾਇਰੈਕਟ ਗੋਲਡ ਇਜ਼ ਡੈਸ਼ ਪ੍ਰੀਸ਼ੀਅਸ ਮੈਟਲ ਹੀ ਟੀਚ ਮੀ ਫੋਰ 1 ਆਰ, ਜਿੰਨਾ ਵੀ ਤੁਸੀਂ ਲਗਾਉਣਾ ਇੱਥੇ। ਹੀ ਫੈਲ ਡੈਸ਼ ਰਿਵਰ ਔਨ ਦੀ ਰਿਵਰ ਹੀ ਵੋ ਸੈਟ ਔਨ ਦੀ ਗਰਾਊਂਡ, ਠੀਕ ਹੈ। ਇੱਥੇ ਕੰਜਕਸ਼ਨ ਲਾਣੀ ਹੈ, ਇੱਥੇ ਹੀ ਵਰਕ ਇੱਥੇ ਹੀ ਫੇਲਡ। ਦਿਸ ਇਜ਼ ਅ ਲੇਡੀ ਵੋਜ਼ ਪਰਸ, ਠੀਕ ਹੈ। ਇੱਥੇ ਆਏ ਲੱਗਣੇ ਨੇ। ਅੱਗੇ ਹੁਣ ਤੁਹਾਨੂੰ ਐਪਲੀਕੇਸ਼ਨ ਆਈਆਂ ਹੋਈਆਂ। ਐਪਲੀਕੇਸ਼ਨਾਂ ਦੇ ਫਸਟ ਜਿਹੜੀ ਐਪਲੀਕੇਸ਼ਨ ਹੈਗੀ ਆ ਕਿ ਸਪੋਜ਼ ਯੂ ਆਰ ਸਰਜੀਤ, ਈਮੇਲ ਰਾਈਟ ਕਰਨੀ ਹੈ ਆਪਣੇ ਫਰੈਂਡ ਨੂੰ, ਇਨਵਾਈਟ ਕਰਨਾ ਉਹਨੂੰ ਪਾਰਟੀ। ਹੁਣ ਈਮੇਲ ਰਾਈਟਿੰਗ ਤੁਸੀਂ ਦੇਖ ਲਿਓ। ਅਤੇ ਨੈਕਸਟ ਜੇ ਉਹ ਨਹੀਂ ਕਰਨੀ ਹੈਗੀ, ਪੈਸੇਜ ਪੜ੍ਹ ਕੇ ਨੋਟ ਬਣਾਉਣਾ ਹੈ। ਮਤਲਬ ਜੇਕਰ ਇਹ 10 ਲਾਈਨਾਂ ਦਾ ਹੋਊਗਾ ਨਾ, ਤਾਂ ਇਸ ਦੇ ਵਿੱਚ 5 ਲਾਈਨਾਂ ਬਣਾਉਣੀਆਂ ਹੈ, ਔਰ ਇਸਦਾ ਟੌਪਿਕ ਕੀ ਹੈ ਉਹ ਵੀ ਦੱਸਣਾ ਹੈ, ਠੀਕ ਹੈ। ਫਿਰ ਇਹੀ ਕਰ ਲਿਓ। ਤੁਹਾਨੂੰ ਈਮੇਲ ਤਾਂ ਸਭ ਨੂੰ ਨਹੀਂ ਆਉਂਦੀ ਹੋਊਗੀ। ਅਤੇ ਕੁਐਸਚਨ ਪੁੱਛੇ ਹੋਏ ਨੇ ਕਲਾਸੀਫਿਕੇਸ਼ਨ ਆਫ ਅਮਰੀਕਨ ਰਾਈਸ, ਇਹਦੇ ਵਿੱਚੋਂ ਹੀ ਪੁੱਛੇ ਹੋਏ ਨੇ, ਅਤੇ ਨੋਟਸ ਬਣਾ ਕੇ ਲਿਖਣੇ ਨੇ। ਅੱਗੇ ਨੈਕਸਟ ਪੈਰਾਗ੍ਰਾਫ 2 ਯਾਦ ਕਰਕੇ ਜਾਇਓ ਬੱਚੋ। ਦੇਖ ਲਓ, ਨੇਬਰ ਵਾਲਾ ਪੱਕਾ ਆਊਗਾ, ਗੋਲਡਨ ਟੈਂਪਲ ਵਾਲਾ ਪੱਕਾ। ਨੇਬਰ ਤਾਂ 100% ਹੈ, ਨੇਬਰ ਕਰਕੇ ਜਾਇਓ ਪੱਕਾ। ਅਤੇ ਨੈਕਸਟ ਹੈਗਾ ਯੂ ਆਰ ਕਮਲ ਟੂ ਲੀਵ ਇਨ ਅ ਮੋਡਲ ਟਾਊਨ ਮੋਗਾ, ਰਾਈਟ ਅ ਲੈਟਰ ਆਫ ਅ ਕਜ਼ਨ ਰਮਨ ਟੂ ਸਪੈਂਡ ਸਮਰ ਵੇਕੇਸ਼ਨ ਟੂਗੈਦਰ। ਅਤੇ ਨਾਲ ਇਹ ਫੋਰਮਲ ਫੋਰਮਲ ਇਕੱਠੀਆਂ ਆਈਆਂ ਹੋਈਆਂ ਨੇ, ਦੋਨੋਂ ਚੈੱਕ ਕਰਿਓ। ਅਤੇ 5 ਮਾਰਕਸ ਜਿਹੜੇ ਤੁਹਾਡੇ ਹੈਂਡ ਰਾਈਟਿੰਗ ਦੇ ਹੋਣਗੇ। ਬਸ ਇਹ ਤੁਹਾਡਾ ਪੇਪਰ ਸੀਗਾ। ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਥੈਂਕ ਯੂ।